ਅੱਜ ਅਸੀਂ ਡਿਸਕਸ ਕਰਾਂਗੇ ਮੇਲ ਸੈਕਸ਼ੂਅਲ ਪ੍ਰੋਬਲਮਸ ਦੇ ਬਾਰੇ ਵਿੱਚ। ਜੋ ਮੇਲ ਸੈਕਸ਼ੂਅਲ ਪ੍ਰੋਬਲਮਸ ਨੇ ਇਹ ਕਾਫੀ ਕਾਮਨ ਨੇ ਸੋਸਾਇਟੀ ਦੇ ਵਿੱਚ, ਪੋਪੂਲੇਸ਼ਨ ਦੇ ਵਿੱਚ, ਬਟ ਇਹਨਾਂ ਦੇ ਨਾਲ ਇੱਕ ਦਿੱਕਤ ਹੈ ਕਿ ਇਹਨਾਂ ਨੂੰ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਦੇ ਕਰਕੇ ਇਗਨੋਰ ਕੀਤਾ ਜਾਂਦਾ ਹੈ, ਪੇਸ਼ੈਂਟਸ ਵੱਲੋਂ ਵੀ ਤੇ ਸਮਟਾਈਮਸ ਡਾਕਟਰਸ ਵੱਲੋਂ ਵੀ। ਉਹਦਾ ਮੇਨ ਰੀਜ਼ਨ ਇਹ ਹੈ ਕਿ ਇੱਕ ਇਹਨਾਂ ਦੇ ਨਾਲ ਇੱਕ ਐਂਬੈਰਸਮੈਂਟ ਔਰ ਸਾਈਕੋ ਸੋਸ਼ਲ ਜੋ ਸਟਿਗਮਾ ਹੈ ਉਹ ਰਿਲੇਟਡ ਹੈ। ਤੇ ਬਹੁਤ ਵਾਰ ਇਹ ਦੇਖਿਆ ਗਿਆ ਹੈ ਕਿ ਪੇਸ਼ੈਂਟ ਜਿਹੜੇ ਆ ਇਹਨਾਂ ਦੇ ਟਰੀਟਮੈਂਟ ਲਈ ਕੁਝ ਟੋਟਕੇ ਕਰਦੇ ਨੇ ਜਾਂ ਕੁਐਕਸ ਦੇ ਕੋਲੋਂ ਟਰੀਟਮੈਂਟ ਕਰਾਉਂਦੇ ਨੇ ਜਾਂ ਬਾਬਿਆਂ ਦੇ ਕੋਲ ਜਾਂਦੇ ਨੇ। ਤੋ ਅੱਜ ਦਾ ਜਿਹੜਾ ਟੌਪਿਕ ਹੈ ਉਹਦੇ 'ਚ ਅਸੀਂ ਡਿਸਕਸ ਕਰਾਂਗੇ ਮੇਲ ਸੈਕਸ਼ੂਅਲ ਪ੍ਰੋਬਲਮਸ ਦੇ ਬਾਰੇ ਵਿੱਚ। ਸੋ ਮੇਲ ਸੈਕਸ਼ੂਅਲ ਪ੍ਰੋਬਲਮਸ ਜਿਹੜੀਆਂ ਨੇ ਉਹ ਯੰਗ ਤੋਂ ਮਿਡਲ ਏਜ ਤੋਂ ਲੈ ਕੇ ਈਵਨ ਓਲਡ ਏਜ ਦੇ ਵਿੱਚ ਵੀ ਦੇਖੀਆਂ ਗਈਆਂ ਨੇ। ਇਹਨਾਂ ਦੇ ਵਿੱਚ ਜਿਹੜੀਆਂ ਕਾਮਨ ਸੈਕਸ਼ੂਅਲ ਪ੍ਰੋਬਲਮਸ ਨੇ ਉਹਨਾਂ ਦੇ ਵਿੱਚ ਹੈ ਇਰੈਕਟਾਈਲ ਡਿਸਫੰਕਸ਼ਨ, ਦੂਸਰਾ ਹੈ ਪ੍ਰੀ ਮੈਚਿਓਰ ਇਜੈਕੂਲੇਸ਼ਨ, ਤੀਸਰਾ ਹੈ ਜਿਹੜਾ ਕਿ ਬੜਾ ਕਾਮਨ ਇੱਕ ਹੋਰ ਸੈਕਸ਼ੂਅਲ ਡਿਸਫੰਕਸ਼ਨ ਹੈ ਉਹ ਹੈ ਲਾਸ ਆਫ ਲਿਬਿਡੋ ਜਾਂ ਲੈਕ ਆਫ ਲਿਬਿਡੋ, ਲੈਕ ਆਫ ਸੈਕਸ਼ੂਅਲ ਇੰਟਰਸਟ। ਫਿਰ ਇਹਦੇ ਵਿੱਚ ਆਉਂਦਾ ਹੈ ਕਿ ਅਨਏਬਲ ਟੂ ਅਚੀਵ ਐਜੈਕੂਲੇਸ਼ਨ ਇਜ਼ ਆਲਸੋ ਬੜਾ ਇੱਕ ਕਾਮਨ ਸੈਕਸ਼ੂਅਲ ਡਿਸਫੰਕਸ਼ਨ ਜਿਹੜਾ ਮੇਲਸ ਦੇ ਵਿੱਚ ਪਾਇਆ ਜਾਂਦਾ ਹੈ। ਤੋ ਅੱਜ ਅਸੀਂ ਮੇਨਲੀ ਡਿਸਕਸ ਕਰ ਰਹੇ ਹਾਂ ਇਰੈਕਟਾਈਲ ਡਿਸਫੰਕਸ਼ਨ ਦੇ ਬਾਰੇ ਵਿੱਚ। ਸੋ ਇਰੈਕਟਾਈਲ ਡਿਸਫੰਕਸ਼ਨ ਇੱਕ ਇਹੋ ਜਿਹੀ ਪ੍ਰੋਬਲਮ ਹੈ ਜਿਸ ਦੇ ਵਿੱਚ ਮੇਲਸ ਜੋ ਹੁੰਦੇ ਨੇ ਜਾਂ ਤਾਂ ਉਹ ਇਰੈਕਸ਼ਨ ਅਚੀਵ ਨਹੀਂ ਕਰਦੇ ਜਾਂ ਉਹ ਇਰੈਕਸ਼ਨ ਜੋ ਹੈ ਇਸ ਤਰ੍ਹਾਂ ਦੀ ਨਹੀਂ ਹੁੰਦੀ ਕਿ ਜਿਹਦੇ ਨਾਲ ਇੱਕ ਸੈਕਸ਼ੂਅਲ ਇੰਟਰਕੋਰਸ ਜਿਹੜਾ ਉਹ ਕੈਰੀ ਔਨ ਕੀਤਾ ਜਾ ਸਕੇ। ਸੋ ਇੱਕ ਬੜੀ ਕਾਮਨ ਪ੍ਰੋਬਲਮ ਹੈ ਜਿਹੜੀ ਕਿ ਅਸੀਂ ਡੇ ਟੂ ਡੇ ਆਪਣੀ ਪ੍ਰੈਕਟਿਸ ਦੇ ਵਿੱਚ ਪੇਸ਼ੈਂਟਸ ਨੂੰ ਦੇਖਦੇ ਹਾਂ ਜਾਂ ਸਾਨੂੰ ਇਸ ਤਰ੍ਹਾਂ ਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ। ਸੋ ਅਸੀਂ ਡਿਸਕਸ ਕਰਾਂਗੇ ਕਿ ਇਰੈਕਟਾਈਲ ਡਿਸਫੰਕਸ਼ਨ ਦੇ ਮੇਨ ਕਾਜ਼ਸ ਕੀ ਨੇ, ਕੀ ਕਾਰਨ ਨੇ। ਸੋ ਇਰੈਕਟਾਈਲ ਡਿਸਫੰਕਸ਼ਨ ਜੋ ਹੈ ਇਸ ਦੇ ਵਿੱਚ ਜੋ ਇਰੈਕਸ਼ਨ ਇਨਵੋਲਵਡ ਹੈ ਇਟ ਇਜ਼ ਅ ਵੈਰੀ ਕੰਪਲੈਕਸ ਪ੍ਰੋਸੈਸ। ਇਸ ਕੰਪਲੈਕਸ ਪ੍ਰੋਸੈਸ ਦੇ ਵਿੱਚ ਤੁਹਾਡੇ ਬਾਡੀ ਦੇ ਕਾਫੀ ਸਾਰੇ ਜਿਹੜੇ ਆਰਗਨ ਨੇ ਜਾਂ ਫਿਜ਼ੀਓਲੋਜੀਕਲ ਸਿਸਟਮ ਨੇ ਉਹ ਇਨਵੋਲਵਡ ਨੇ, ਜਿਹਦੇ ਵਿੱਚ ਮੇਨਲੀ ਹੈ ਕਿ ਬ੍ਰੇਨ ਹੈ ਜਾਂ ਤੁਹਾਡੀਆਂ ਇਮੋਸ਼ਨਸ ਨੇ, ਵਿਜ਼ੂਅਲ ਐਂਡ ਟੱਚ ਇਮੋਸ਼ਨਸ ਨੇ, ਪਰਸੈਪਸ਼ਨ ਹੈ ਉਹ ਇਨਵੋਲਵਡ ਹੈ, ਪਲੱਸ ਮਸਲਸ ਇਨਵੋਲਵਡ ਨੇ, ਤੁਹਾਡੀ ਬਾਡੀ ਦੀਆਂ ਨਰਵਸ ਇਨਵੋਲਵ ਹੁੰਦੀਆਂ ਨੇ, ਫਿਰ ਬਲੱਡ ਵੈਸਲ ਇਨਵੋਲਵ ਹੁੰਦੇ ਨੇ ਜਿਹਦੇ ਨਾਲ ਇੱਕ ਸਕਸੈਸਫੁਲ ਇਰੈਕਸ਼ਨ ਅਚੀਵ ਹੁੰਦੀ ਹੈ ਤੇ ਉਹ ਇਸ ਇੱਕ ਖਾਸ ਸਮੇਂ ਲਈ ਜਿਹੜੀ ਹੈ ਉਹ ਮੇਨਟੇਨ ਕੀਤੀ ਜਾਂਦੀ ਹੈ। ਹੁਣ ਇਹਨਾਂ ਸਾਰੇ ਸਿਸਟਮ ਦੇ ਵਿੱਚ ਬ੍ਰੇਨਸ ਦੇ ਵਿੱਚ ਹਾਰਮੋਨਸ ਦੇ ਲੈਵਲ ਦੇ ਉੱਪਰ, ਮਸਲਸ ਜਾਂ ਬਲੱਡ ਵੈਸਲਸ ਦੇ ਲੈਵਲ ਦੇ ਉੱਪਰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਤੁਹਾਨੂੰ ਇਰੈਕਟਾਈਲ ਡਿਸਫੰਕਸ਼ਨ ਹੋਣ ਦੇ ਚਾਂਸਸ ਹੁੰਦੇ ਨੇ ਜਾਂ ਹੁੰਦਾ ਹੈ ਇਰੈਕਟਾਈਲ ਡਿਸਫੰਕਸ਼ਨ। ਸੋ ਇਹਦੇ ਮੇਨ ਕਾਜ਼ਸ ਜੋ ਨੇ ਉਹ ਜੇ ਅਸੀਂ ਮੋਟਾ ਦੇਖੀਏ ਤਾਂ ਇਹਨਾਂ ਨੂੰ ਅਸੀਂ ਏਜ ਵਾਈਜ਼ ਕੁਝ ਜਿਹੜੇ ਕਾਰਨ ਨੇ ਉਹ ਕਿਸੇ ਸਪੈਸੀਫਿਕ ਏਜ ਗਰੁੱਪ ਦੇ ਵਿੱਚ ਕਾਮਨ ਨੇ, ਕਿਸੇ ਸਪੈਸੀਫਿਕ ਏਜ ਗਰੁੱਪ ਦੇ ਵਿੱਚ ਡਿਫਰੈਂਟ ਕਾਰਨ ਜਿਹੜੇ ਉਹ ਕਾਮਨ ਨੇ। ਫੋਰ ਐਗਜ਼ਾਮਪਲ ਜੋ ਅਸੀਂ ਡੇਲੀ ਡੇ ਟੂ ਡੇ ਪ੍ਰੈਕਟਿਸ ਦੇ ਵਿੱਚ ਦੇਖਦੇ ਹਾਂ ਕਿ ਜੋ ਯੰਗ ਐਂਡ ਮਿਡਲ ਏਜਡ ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਜਿਹੜੇ 18 ਤੋਂ ਲੈ ਕੇ ਤੁਸੀਂ ਕਹਿ ਲਓ ਕਿ 40-45 ਦੀ ਏਜ ਤੱਕ ਆਉਂਦੇ ਨੇ, ਉਹਨਾਂ ਦੇ ਵਿੱਚ ਮੇਨਲੀ ਜੋ ਕਾਰਨ ਹੁੰਦੇ ਨੇ ਉਹ ਹੁੰਦੇ ਨੇ ਹਾਰਮੋਨਲ ਇੰਬੈਲੈਂਸ ਜਾਂ ਸਾਈਕੋਲੋਜੀਕਲ ਪ੍ਰੋਬਲਮਸ ਜਾਂ ਬ੍ਰੇਨ ਦੇ ਲੈਵਲ ਦੇ ਉੱਪਰ ਦਿੱਕਤ। ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਹ ਦੇਖਿਆ ਗਿਆ ਕਿ ਸਾਈਕੋਲੋਜੀਕਲ ਇੰਬੈਲੈਂਸ ਜੋ ਹੈ, ਫੋਰ ਐਗਜ਼ਾਮਪਲ ਕੋਈ ਸਟ੍ਰੈਸ ਹੈ, ਇਟ ਮੇ ਬੀ ਫੈਮਿਲੀ ਰਿਲੇਟਡ ਸਟ੍ਰੈਸ ਹੋ ਸਕਦੀ ਹੈ ਜਾਂ ਵਰਕ ਰਿਲੇਟਡ ਸਟ੍ਰੈਸ ਹੋ ਸਕਦੀ ਹੈ ਜਾਂ ਕੋਈ ਸਪੈਸੀਫਿਕ ਇਵੈਂਟ ਹੋਇਆ ਹੋਵੇ ਲਾਈਫ ਦੇ ਵਿੱਚ ਰੀਸੈਂਟਲੀ ਜਾਂ ਇਨ ਦਾ ਪਾਸਟ ਜਿਹੜਾ ਕਿ ਮਰੀਜ਼ ਦੇ ਬ੍ਰੇਨ ਦੇ ਉੱਤੇ ਇੰਪ੍ਰਿੰਟ ਕਰਦਾ ਹੈ, ਉਹ ਇੱਕ ਬੜਾ ਕਾਮਨ ਕਾਜ਼ ਦੇਖਿਆ ਗਿਆ। ਇਹ ਦੇਖਿਆ ਗਿਆ ਕਿ ਇਸ ਏਜ ਗਰੁੱਪ ਦੇ ਵਿੱਚ ਜਿਹੜੀ ਯੰਗ ਟੂ ਮਿਡਲ ਏਜ ਗਰੁੱਪ ਹੈ ਇਸ ਦੇ ਵਿੱਚ ਤਕਰੀਬਨ 80% ਜਿਹੜਾ ਕਾਜ਼ ਹੈ ਇਰੈਕਟਾਈਲ ਡਿਸਫੰਕਸ਼ਨ ਦਾ ਦੈਟ ਇਜ਼ ਰਿਲੇਟਡ ਟੂ ਦੀ ਸਾਈਕੋਲੋਜੀਕਲ ਇਸ਼ੂਜ਼। ਫਿਰ ਇਹ ਦੇਖਿਆ ਗਿਆ ਕਿ ਕੁਝ ਅਦਰ ਰਿਸਕ ਫੈਕਟਰਸ ਹੁੰਦੇ ਨੇ ਜਿਹੜੇ ਕਿ ਤੁਹਾਨੂੰ ਇਰੈਕਟਾਈਲ ਡਿਸਫੰਕਸ਼ਨ ਕਾਜ਼ ਕਰਦੇ ਨੇ ਜਾਂ ਉਹਨਾਂ ਦੇ ਇਹਦੇ ਹੋਣ ਦਾ ਜਿਹੜਾ ਚਾਂਸਸ ਨੇ ਉਹਨਾਂ ਨੂੰ ਵਧਾਉਂਦੇ ਨੇ। ਉਹਨਾਂ ਵਿੱਚ ਦੇਖਿਆ ਗਿਆ ਜਿਹੜੇ ਪੇਸ਼ੈਂਟ ਜਿਨ੍ਹਾਂ ਨੂੰ ਕੋਈ ਹਾਰਟ ਡਿਜ਼ੀਜ਼ ਹੋਵੇ ਜਾਂ ਕੋਈ ਬਲੱਡ ਵੈਸਲ ਰਿਲੇਟਡ ਪ੍ਰੋਬਲਮ ਹੋਵੇ ਜਿਹਦੇ ਵਿੱਚ ਨਸਾਂ ਦਾ ਬਲੌਕ ਹੋ ਜਾਣਾ ਹੁੰਦਾ ਜਿਹਨੂੰ ਅਸੀਂ ਐਥੀਰੋਸੈਕਲਰੋਸਿਸ ਬੋਲਦੇ ਹਾਂ ਮੈਡੀਕਲ ਟਰਮੀਨੋਲੋਜੀ ਦੇ ਵਿੱਚ, ਇਹਦੇ ਨਾਲ ਵੀ ਤੁਹਾਨੂੰ ਇਰੈਕਟਾਈਲ ਡਿਸਫੰਕਸ਼ਨ ਹੋਣ ਦੇ ਚਾਂਸਸ ਵੱਧਦੇ ਨੇ। ਫਿਰ ਡਾਇਬਟੀਜ਼ ਜਿਹੜੀ ਹੈ, ਅਨਕੰਟਰੋਲਡ ਬਲੱਡ ਸ਼ੂਗਰ, ਇਹ ਬੜਾ ਹੀ ਕਾਮਨ ਕਾਜ਼ ਹੈ ਇਰੈਕਟਾਈਲ ਡਿਸਫੰਕਸ਼ਨ ਦਾ। ਹਾਈ BP ਹੋਣਾ ਜਾਂ ਕੋਈ ਸਬਸਟੈਂਸ ਅਬਿਊਜ਼ ਕਰਨਾ, ਫੋਰ ਐਗਜ਼ਾਮਪਲ ਐਕਸੈਸਿਵ ਐਲਕੋਹਲ ਇਨਟੇਕ ਜਾਂ ਸਮੋਕਿੰਗ ਕਰਦੇ ਹੋ ਜਾਂ ਕੋਈ ਇਲੀਗਲ ਸਬਸਟੈਂਸ ਯੂਜ਼ ਕਰਦੇ ਹੋ ਤਾਂ ਉਹਦੇ ਨਾਲ ਵੀ ਇਰੈਕਟਾਈਲ ਡਿਸਫੰਕਸ਼ਨ ਹੋਣ ਦੇ ਚਾਂਸਸ ਹੁੰਦੇ ਨੇ। ਇਸ ਤੋਂ ਬਿਨਾਂ ਅਗਰ ਕੋਈ ਪੇਸ਼ੈਂਟ ਜੋ ਹੈ ਕੋਈ ਕੈਂਸਰ ਟ੍ਰੀਟਮੈਂਟ ਲੈ ਰਿਹਾ ਹੈ ਜਾਂ ਉਹਨੂੰ ਕੋਈ ਇਮਿਊਨੋਲੋਜੀਕਲ ਪ੍ਰੋਬਲਮਸ ਹੈ, ਲੌਂਗ ਟਰਮ ਟ੍ਰੀਟਮੈਂਟ ਚੱਲ ਰਹੀ ਹੈ, ਉਹ ਵੀ ਇੱਕ ਕਾਜ਼ ਹੈ ਇਰੈਕਟਾਈਲ ਡਿਸਫੰਕਸ਼ਨ ਦਾ। ਅਦਰ ਯੰਗਰ ਪੇਸ਼ੈਂਟਸ ਜਾਂ ਕਈ ਵਾਰ ਓਲਡ ਪੇਸ਼ੈਂਟਸ ਦੇ ਵਿੱਚ ਵੀ ਇਹ ਦੇਖਿਆ ਗਿਆ ਕਿ ਟੈਸਟੋਸਟਰੋਨ ਡੈਫੀਸ਼ੀਐਂਸੀ ਜੋ ਹੈ, ਹਾਰਮੋਨਲ ਡੈਫੀਸ਼ੀਐਂਸੀ ਇਰੈਕਟਾਈਲ ਡਿਸਫੰਕਸ਼ਨ ਕਾਜ਼ ਕਰ ਸਕਦੀ ਹੈ। ਯੰਗ ਮੇਲਸ ਦੇ ਵਿੱਚ ਜਾਂ ਮਿਡਲ ਏਜ ਦੇ ਵਿੱਚ ਇੱਕ ਔਰ ਲੋਕਲ ਡਿਜ਼ੀਜ਼ ਹੁੰਦੀ ਹੈ ਜਿਸ ਨੂੰ ਅਸੀਂ ਪੈਰੋਨੀਜ਼ ਡਿਜ਼ੀਜ਼ ਬੋਲਦੇ ਹਾਂ, ਜਿਹੜੇ ਕਿ ਤੁਹਾਡੇ ਜੋ ਪਿਨਾਈਲ ਏਰੀਆ ਹੈ, ਆਰਗਨ ਹੈ, ਉਹਨੂੰ ਅਫੈਕਟ ਕਰਦੀ ਹੈ।
ਤੇ ਉਹ ਵੀ ਇੱਕ ਇਰੈਕਟਾਈਲ ਡਿਸਫੰਕਸ਼ਨ ਦਾ ਕਾਜ਼ ਹੋ ਸਕਦੀ ਹੈ। ਐਟ ਦੀ ਐਂਡ ਇੱਕ ਹੋਰ ਬੜਾ ਕਾਮਨਲੀ ਜਿਹੜਾ ਚੀਜ਼ ਦੇਖੀ ਗਈ ਹੈ ਉਹ ਇਹ ਹੈ ਕਿ ਜੋ ਮੈਂ ਆਪਣੀ ਪਰਸਨਲ ਡੇ ਟੂ ਡੇ ਪ੍ਰੈਕਟਿਸ 'ਚ ਦੇਖਿਆ ਗਿਆ ਹੈ ਕਿ ਲੈਕ ਆਫ ਨੌਲੇਜ ਜਿਹੜੀ ਹੈ ਉਹ ਇੱਕ ਬੜਾ ਹੀ ਕਾਮਨ ਕਾਰਨ ਹੈ ਯੰਗ ਬॉयਜ਼ ਯੰਗ ਮੇਲਸ ਦੇ ਵਿੱਚ ਇਰੈਕਟਾਈਲ ਡਿਸਫੰਕਸ਼ਨ ਹੋਣ ਦਾ, ਕਿਉਂਕਿ ਇਹ ਹੈ ਕਿ ਸਾਡੇ ਇੱਕ ਫਾਰਮਲ ਸੈਕਸ਼ੂਅਲ ਜਾਂ ਸੈਕਸ ਐਜੂਕੇਸ਼ਨ ਜਿਹੜੀ ਹੈ ਉਹ ਇੱਕ ਕਰਿਕੂਲਮ ਦਾ ਪਾਰਟ ਨਹੀਂ ਹੈ, ਹਾਲਾਂਕਿ ਹੌਲੀ ਹੌਲੀ ਇਹ ਆ ਰਿਹਾ ਹੈ। ਸੋ ਯੰਗ ਬॉयਜ਼ ਜਾਂ ਯੰਗ ਮੇਲਸ ਜਿਹੜੇ ਨੇ ਉਹਨਾਂ ਨੂੰ ਇੱਕ ਲੈਕ ਆਫ ਨੌਲੇਜ ਹੈ ਅਬਾਊਟ ਉਹਨਾਂ ਦੀ ਆਪਣੇ ਜਿਹੜੇ ਜੈਨੀਟਲ ਜਾਂ ਪ੍ਰਾਈਵੇਟ ਪਾਰਟਸ ਦੇ ਬਾਰੇ ਵਿੱਚ, ਜਾਂ ਆਪਣੇ ਆਪੋਜ਼ਿਟ ਸੈਕਸ ਆਪੋਜ਼ਿਟ ਜੈਂਡਰ ਦੇ ਪ੍ਰਾਈਵੇਟ ਪਾਰਟਸ ਜਾਂ ਉਹਨਾਂ ਦੀ ਜਿਹੜੀ ਪ੍ਰਾਈਵੇਟ ਸੈਕਸ਼ੂਅਲ ਹੈਲਥ ਹੈ ਉਹਦੇ ਬਾਰੇ 'ਚ ਨੌਲੇਜ ਨਹੀਂ ਹੈ। ਸੋ ਉਹ ਲੈਕ ਆਫ ਨੌਲੇਜ ਹੋਣਾ ਵੀ ਇੱਕ ਤਰ੍ਹਾਂ ਦੀ ਐਂਗਜ਼ਾਈਟੀ ਤੇ ਸਟ੍ਰੈਸ ਕ੍ਰੀਏਟ ਕਰਦਾ ਹੈ ਵਿਚ ਲੀਡਸ ਟੂ ਇਰੈਕਟਾਈਲ ਡਿਸਫੰਕਸ਼ਨ, ਔਰ ਇੱਕ ਤਰ੍ਹਾਂ ਦਾ ਇੱਕ ਸਾਈਕਲ ਬਣ ਜਾਂਦਾ ਹੈ ਜਿਹਦੇ ਤੋਂ ਕਈ ਵਾਰ ਬਾਹਰ ਨਿਕਲਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ।